ਮੈਨੂੰ ਬੈਣੀਵਾਲ ਵੀ ਇੱਥੇ ਆਉਂਦੇ ਨੇ 1 ਮਹੀਨੇ ਬਾਅਦ ਮੈਂ ਤੁਹਾਨੂੰ ਇੱਥੇ ਬਿਲकुल ਨਚਾ ਦਾਂਗਾ। ਅਸੀਂ ਨੱਚਣਾ ਨਹੀਂਗਾ। ਅਸੀਂ ਤੇ ਇੱਥੇ ਤੁਹਾਡੇ ਅੱਗੇ ਰਿਕੁਐਸਟ ਕਰਨੇ ਵੀ ਸਾਡੇ ਬੰਨਾਂ ਦੀ ਭਰਪਾਈ ਕੀਤੀ ਜਾਏ, ਇਹਨੂੰ ਸਹੀ ਢੰਗ ਨਾਲ ਬਣਾਇਆ ਜਾਏ ਔਰ ਬਣਾ ਕੇ ਅਸੀਂ ਸੁੱਖ ਦਾ ਸਾਹ ਲੈ ਸਕੀਏ, ਸਾਡੀ ਫਸਲ ਬਾਜੇ। ਪੰਜਾਬ ਦੇ ਵਿੱਚ ਇੰਨੀ ਦੁਰਦਸ਼ਾ ਹੋਈ ਹੈ, ਘਰੋਂ ਲੋਕੀ ਬੇਕਾਰ ਹੋ ਗਏ ਨੇ ਜੀ ਪਹੁੰਚੇ ਨੇ। ਇਹ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ दोस्तों। इलाका निवासियों का जायजा लेने के लिए पहुंचे हैं भाई गोपाल कांडा जी, आप लाइव तस्वीरें देख सकते हो। ਭਿੰਦਰ ਸਿੰਘ ਹੁੱਡਾ ਜੀ ਹੁਣੇ ਹੋ ਕੇ ਗਏ ਨੇ, ਉਹ ਵੀ ਚੱਲ ਕੇ ਦਿੱਲੀ ਤੋਂ ਆਏ ਨੇ ਸਾਡੀ ਦੁੱਖ ਦੀ ਘੜੀ ਦੇ ਵਿੱਚ, ਔਰ ਮੈਨੂੰ ਬੈਣੀਵਾਲ ਵੀ ਇੱਥੇ ਹੋ ਕੇ ਗਏ ਨੇ। ਤੁਸੀਂ ਵੀ ਆਏ ਹੋ, ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ। ਤੁਸੀਂ ਆਏ ਹੋ ਦੁੱਖ ਦੀ ਘੜੀ ਦੇ ਵਿੱਚ। ਆਉਣ ਦਾ ਮਕਸਦ ਇੱਕੋ ਹੀ ਹੈ ਵੀ ਸਾਡੇ ਇੱਥੇ ਜੋ ਵੀ ਪ੍ਰੋਗਰਾਮ ਹੈ ਨਾਲੀ ਦੇ ਘੱਗਰ ਬਾਰੇ ਤੁਸੀਂ ਸੁਣ ਲਿਆ, ਵੇਖ ਲਿਆ, ਜਾਂਚ ਲਿਆ, ਸਾਰਾ ਕੁਝ ਤੁਹਾਨੂੰ ਪਤਾ। ਤੁਹਾਡਾ ਸਰਸੇ ਤੁਹਾਡਾ ਰਹਿਣ ਵਾਲੇ ਤੁਸੀਂ, ਮੈਨੂੰ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ। ਇਸ ਕਰਕੇ ਤੁਸੀਂ ਆਏ ਹੋ, ਤੁਹਾਡਾ ਜੀ ਆਇਆਂ। ਔਰ ਅਸੀਂ ਤੁਹਾਡੇ ਕੋਲੋਂ ਵੀ ਇਹੋ ਹੀ ਮੰਗ ਮੰਗਣੀ ਹੈ, ਜੋ ਸਾਡੇ ਸੰਕਟ ਦੇ ਵਿੱਚ ਜੋ ਸਾਡੇ ਨਾਲ ਬੀਤਣ ਡਈ ਹੈ, ਹੱਡ ਬੀਤੀ ਗੱਲ ਦੱਸਣੀ ਹੈ, ਜੱਗ ਬੀਤੀ ਗੱਲ ਨਹੀਂ ਦੱਸਣੀ। ਕਿਉਂਕਿ ਜੋ ਕਰੋਪੀ ਦਾ ਟਾਈਮ ਹੈ, ਪਾਣੀ ਆ ਰਿਹਾ, 10 ਦਿਨਾਂ ਤੋਂ ਪਾਣੀ ਆ ਰਿਹਾ, ਪਾਣੀ ਪੂਰੇ ਚੜਾਅ ਦੇ ਵਿੱਚ ਆ ਰਿਹਾ। ਔਰ ਪਿਛਲੇ ਜੋ ਫਲੱਡ ਆਇਆ ਸੀ ਉਹਦੇ ਨਾਲ 5 ਫੁੱਟ ਪਾਣੀ ਦੀ ਉਚਾਈ ਦੇ ਵਿੱਚ ਪਾਣੀ ਆ ਰਿਹਾ। ਜਿੰਨਾ ਕਿਊਸਕ ਦੱਸਦੇ ਹੋ 35,000 ਜਾਂ 38,000, ਇੱਥੇ 50,000 ਕਿਊਸਕ ਵੀ ਪਾਣੀ ਆ ਗਿਆ। ਉਹਦੀ ਪੰਸਾਲ ਜਿਹੜੀ ਹੈ ਨਾ ਸਾਡੇ ਖਤਰੇ ਤੱਕ ਉੱਤੇ ਜਾ ਰਹੀ ਹੈ। ਇਸ ਕਰਕੇ ਤੁਸੀਂ ਵੀ ਆਏ ਹੋ, ਜੇ ਤਾਂ ਤੁਹਾਡੇ ਕੋਲ ਕੋਈ ਪਾਵਰ ਹੈਗੀ ਏ ਤੇ ਅਸੀਂ ਤੁਹਾਡੇ ਅੱਗੇ ਵੀ ਰਿਕੁਐਸਟ ਕਰਾਂਗੇ ਵੀ ਸਾਡੇ ਬੰਨਾਂ ਦੀ ਜਿਹੜੀ ਹੈ ਨਾ ਸਾਡੀ ਉਹ ਬਣਵਾਇਆ ਜਾਏ, ਖੁਦਾਈ ਕੀਤੀ ਜਾਏ, ਇਹਨੂੰ ਸਾਫ਼ ਕਰਵਾ ਕੇ ਪਾਣੀ ਸਾਫ਼ ਸੁਥਰਾ ਲੰਘ ਜੇ, ਸਾਨੂੰ ਕੋਈ ਦਿੱਕਤ ਨਾ ਆਏ ਪਬਲਿਕ ਨੂੰ। ਕਿਉਂਕਿ ਅਸੀਂ ਇਹ ਖੇਤੀ 'ਤੇ ਨਿਰਭਰ ਹਾਂ। ਜੋ ਕਿਸਾਨ, ਦੁਕਾਨਦਾਰ, ਕਰਮਚਾਰੀ ਜਿੰਨੇ ਵੀ ਨੇ ਖੇਤੀ ਦੇ ਉੱਤੇ ਡਿਪੈਂਡ ਨੇ। ਇਸ ਕਰਕੇ ਅਸੀਂ ਖੇਤੀ ਚਲੀ ਗਈ ਤੇ ਸਾਰਾ ਕੁਝ ਹੀ ਚਲਾ ਗਿਆ। ਦੁਕਾਨਾਂ ਵੀ ਫੇਲ ਹੋ ਗਈਆਂ, ਵਪਾਰੀ ਫੇਲ ਹੋ ਗਿਆ, ਸਾਰਾ ਕਾਰੋਬਾਰ ਹੀ ਠੱਪ ਹੋ ਜਾਣਾ। ਇਸ ਕਰਕੇ ਤੁਸੀਂ ਵੀ ਆਏ ਹੋ ਸਾਡੇ ਵਿੱਚ। ਅਸੀਂ ਵੀ ਤੁਹਾਡੇ ਅੱਗੇ ਬੇਨਤੀ ਕਰਾਂਗੇ ਵੀ ਤੁਹਾਡਾ ਵੀ ਕਿਤੇ ਹੱਥ ਪੈਂਦਾ, ਉੱਤੋਂ ਸੈਂਟਰ ਤੱਕ ਪੈਂਦਾ ਵੇ, ਸਟੇਟ ਤੱਕ ਪੈਂਦਾ ਵੇ, ਤੁਹਾਡੇ ਕੋਲ ਵੀ ਪਾਵਰ ਏ, ਤੇ ਤੁਸੀਂ ਵੀ ਸਾਡੀ ਇਹ ਗੱਲ ਦੀ ਘੱਗਰ ਦੀ ਖੁਦਾਈ ਕਰਾ ਕੇ ਬੰਨਾਂ ਦੇ ਉੱਤੇ ਮਿੱਟੀ ਪਰਵਾ ਕੇ ਇਹਨੂੰ ਕਿਸੇ ਵੀ ਬਜਟ ਦੇ ਵਿੱਚੋਂ ਕਰਕੇ ਤੁਸੀਂ ਇਹਨੂੰ ਪੱਕੀਆਂ ਸੜਕਾਂ ਬਣਵਾ ਦਿਓ ਔਰ ਸਾਡਾ ਗੁਜ਼ਾਰਾ ਵਧੀਆ ਹੋ ਸਕੇ, ਪਾਣੀ ਭਲੀ ਭਾਂਤ ਵਧੀਆ ਲੰਘ ਸਕੇ ਇਸ ਫਲੱਡ ਦੇ ਵਿੱਚੋਂ, ਤੇ ਸਾਨੂੰ ਕਿਸੇ ਗੱਲ ਦੀ ਤਕਲੀਫ ਨਾ ਆਏ। ਕਿਉਂਕਿ ਇਹ ਕਾਂਡਾ ਸਾਹਿਬ ਮੇਰੀ ਗੱਲ ਥੋੜੀ ਧਿਆਨ ਨਾਲ ਸੁਣੋ। ਕਿਉਂਕਿ ਇਹ ਜਿਹੜਾ ਬੰਨ ਜਾਂ ਪਾਣੀ ਦਾ ਬੰਨਿਆ ਨਾ, ਇਹ ਪਬਲਿਕ ਦੀ ਦੇਣ ਹੈ, ਪਬਲਿਕ ਨੇ ਬੰਨਿਆ। ਕਿਸੇ ਨੇ ਆਣ ਕੇ, ਪ੍ਰਸ਼ਾਸਨ ਨੇ ਨਹੀਂ ਬੰਨਿਆ, ਕਿਸੇ ਸਰਕਾਰ ਨੇ ਨਹੀਂ ਬੰਨਿਆ, ਕਿਸੇ ਨੇ ਆਣ ਕੇ ਸਾਡਾ ਬਾਤ ਨਹੀਂ ਪੁੱਛੀ। ਤੇ ਆਣ ਕੇ ਹੁਣ ਤੁਸੀਂ ਆਏ ਹੋ, ਸਾਡਾ ਤੁਹਾਡੇ ਤੇ ਰੋਸ ਵੀ ਹੈ, ਸਾਰਿਆਂ ਤੇ ਸਾਡਾ ਰੋਸ ਹੈ। ਕਿਉਂਕਿ ਪਬਲਿਕ ਦਾ ਤੁਹਾਨੂੰ ਚੁਣ ਕੇ ਭੇਜੀ ਜਾਵੇ, ਤੁਹਾਨੂੰ ਲੋਕਾਂ ਨੇ ਵੋਟਾਂ ਪਾਉਂਦੇ ਨੇ, ਤੁਸੀਂ ਜਾ ਕੇ ਭੁੱਲ ਜਾਂਦੇ ਹੋ। ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਜਿੰਨੇ ਵੀ ਨੇ ਇੱਥੋਂ ਦੇ ਸਾਡੇ ਵਿਧਾਇਕ ਸਾਹਿਬ ਨੇ, ਉਹ ਅਜੇ ਤੱਕ ਨਹੀਂ ਆਏ। ਕਰਨ ਚੁਟਾਲਾ ਹੋ ਕੇ ਤੁਰ ਗਏ। ਉਹ ਚੇਅਰਮੈਨ ਵੀ ਨੇ ਸਰਸੇ ਦੇ, ਸਾਰੇ 5 ਹਲਕਿਆਂ ਦੇ ਚੇਅਰਮੈਨ ਨੇ। ਹੁੱਡਾ ਸਾਹਿਬ ਵੀ ਆਏ ਨੇ, ਵਿਪਕਸ਼ ਦੇ ਨੇਤਾ ਨੇ। ਉਹ ਸਾਬਕਾ ਮੁੱਖ ਮੰਤਰੀ ਰਹੇ ਨੇ, 2 ਪਲਾਨ, ਉਹ 10 ਸਾਲ ਮੁੱਖ ਮੰਤਰੀ ਰਹੇ ਨੇ। ਔਰ ਤੁਹਾਡੇ ਕੋਲ ਵੀ ਗ੍ਰਹਿ ਮੰਤਰੀ ਵੀ ਰਹੇ ਹੋ, ਤੁਸੀਂ ਇੱਥੋਂ ਦੇ ਨੁਮਾਇੰਦੇ, ਸਾਰਾ ਕੁਝ ਤੁਹਾਡੇ ਕੋਲ ਪਾਵਰ ਹੈ। ਇਸ ਕਰਕੇ ਮੈਂ ਤੁਹਾਡੇ ਅੱਗੇ ਵੀ ਇਹ ਬੇਨਤੀ ਕਰਾਂਗਾ, ਇਹਨੂੰ ਇਗਨੋਰ ਨਾ ਕਰੋ ਵੀ ਗੱਲ ਆਈ ਤੇ ਪਬਲਿਕ ਦੀ ਸੁਣ ਕੇ ਫਾਰਮੈਲਿਟੀ ਪੂਰੀ ਕਰਕੇ ਚਲੇ ਜਾਓ। ਮੈਨੂੰ ਬੈਣੀਵਾਲ ਵੀ ਇੱਥੇ ਆਉਂਦੇ ਨੇ 1 ਮਹੀਨੇ ਬਾਅਦ ਮੈਂ ਤੁਹਾਨੂੰ ਇੱਥੇ ਬਿਲकुल ਨਚਾ ਦਾਂਗਾ। ਅਸੀਂ ਨੱਚਣਾ ਨਹੀਂਗਾ। ਅਸੀਂ ਤੇ ਇੱਥੇ ਤੁਹਾਡੇ ਅੱਗੇ ਰਿਕੁਐਸਟ ਕਰਨੇ ਵੀ ਸਾਡੇ ਬੰਨਾਂ ਦੀ ਭਰਪਾਈ ਕੀਤੀ ਜਾਏ, ਇਹਨੂੰ ਸਹੀ ਢੰਗ ਨਾਲ ਬਣਾਇਆ ਜਾਏ ਔਰ ਬਣਾ ਕੇ ਅਸੀਂ ਸੁੱਖ ਦਾ ਸਾਹ ਲੈ ਸਕੀਏ, ਸਾਡੀ ਫਸਲ ਬਾਜੇ। ਪੰਜਾਬ ਦੇ ਵਿੱਚ ਇੰਨੀ ਦੁਰਦਸ਼ਾ ਹੋਈ ਹੈ, ਘਰੋਂ ਲੋਕੀ ਬੇਕਾਰ ਹੋ ਗਏ ਨੇ, ਬੱਚੇ ਰੋਣ ਡੇ ਨੇ, ਬੀਬੀਆਂ ਰੋਣ ਡਈਆਂ ਨੇ। ਉਹਨਾਂ ਦੀ ਭਰਪਾਈ 50 ਸਾਲ ਵੀ ਨਹੀਂ ਪੂਰੀ ਹੋ ਸਕਦੀ। ਇਸ ਕਰਕੇ ਫਲੱਡ ਅੱਗੇ ਕੋਈ ਹੋਰ ਨਹੀਂਗਾ। ਇਹ ਫਲੱਡ ਆਉਂਦਾ ਇਹ ਸਾਲ ਹੀ, ਕਿਸੇ ਸਾਲ ਥੋੜਾ ਆ ਗਿਆ, ਕਿਸੇ ਸਾਲ ਬਹੁਤਾ ਆ ਗਿਆ। ਤੁਸੀਂ ਆਉਂਦੇ ਇੱਥੇ ਆਣ ਕੇ ਦੁੱਖ ਦੀ ਘੜੀ ਦੇ ਵਿੱਚ ਖਲੋਂਦੇ, ਲੋਕਾਂ ਨੂੰ ਪੁੱਛਦੇ, ਕਿਸੇ ਮਸ਼ੀਨਾਂ ਦੀ, ਬੈਟਰੀ ਦੀ, ਲਾਈਟ ਦੀ ਬੜੀ ਇੱਥੇ ਜ਼ਰੂਰਤ ਹੈ, ਹੁਣ ਵੀ ਜ਼ਰੂਰਤ ਹੈ। ਇਸ ਕਰਕੇ ਤੁਸੀਂ ਆਏ ਹੋ, ਸਾਡੇ ਦੁੱਖ ਦੇ ਨਾਲ ਤੁਸੀਂ ਸ਼ਾਮਲ ਹੋਵੋ ਤੇ ਸਾਨੂੰ ਕੋਈ ਦਾ ਕੋਈ ਸਾਡੇ ਨਾਲ ਝੂਠੀਆਂ ਮਿੱਠੀਆਂ ਗੱਲਾਂ ਨਹੀਂ ਕਰਕੇ ਜਾਣੀਆਂ। ਤੁਸੀਂ ਸਾਨੂੰ ਰੀਜਨਲ ਗੱਲ ਕਰਨੀ, ਤੁਹਾਡੇ ਕੋਲ ਕੋਈ ਹੈਗੀ ਤੇ ਕਰਿਓ, ਜੇ ਨਹੀਂ ਤੇ ਤੁਸੀਂ ਕੋਈ ਗੱਲ ਨਹੀਂ। ਜੀ ਆਇਆਂ, ਤੁਹਾਡਾ ਧੰਨਵਾਦ, ਸਤਿ ਸ੍ਰੀ ਅਕਾਲ। ਹੁਣ ਸੁਰਿੰਦਰ ਸਿੰਘ ਸਰਪੰਚ 2 ਮਿੰਟ ਵਾਸਤੇ ਬੋਲਣਗੇ, 2 ਮਿੰਟ ਇਹ ਬੋਲਣਗੇ, ਫਿਰ ਮੇਰਾ ਵੀਰ ਨੂਪ ਸਿੰਘ। ਹਾਂਜੀ ਕਰਦਾ ਹੈ, ਉਹਦਾ ਅਸੀਂ ਧੰਨਵਾਦ ਕਰਦੇ ਹਾਂ। ਇਹ ਸਾਨੂੰ ਵਿਰਾਸਤ 'ਚ ਮਿਲਿਆ ਹੋਇਆ ਹੈ
ਸਾਡੇ ਘਰੇ ਦੁਸ਼ਮਣ ਵੀ ਆ ਜਾਏ ਨਾ ਚੱਲ ਕੇ, ਅਸੀਂ ਉਹਨੂੰ ਵੀ ਜੀ ਆਇਆਂ ਕਹਿੰਦੇ ਹਾਂ, ਤੇ ਤੁਹਾਨੂੰ ਵੀ ਅਸੀਂ ਜੀ ਆਇਆਂ ਇਸ ਵਿਪਤਾ ਦੀ ਘੜੀ 'ਚ ਵੀ ਜੀ ਆਇਆਂ ਕਹਿੰਦੇ ਹਾਂ। ਭਾਵੇਂ ਸਾਡੇ ਉੱਤੇ ਕਹਿਰ ਵਾਪਰ ਰਿਹਾ, ਉਸ ਕਹਿਰ ਦੀ ਘੜੀ 'ਚ ਵੀ ਸਾਡੇ ਆਏ ਹੋ, ਤੁਸੀਂ ਸਾਡੇ ਸਨਮਾਨਯੋਗ ਹੋ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿੰਨਾ ਦੇਰ ਆਏ ਦਰੁਸਤ ਆਏ, ਚਲੋ ਤੁਹਾਨੂੰ ਯਾਦ ਤਾਂ ਆਇਆ ਵੀ ਮੁਸੀਬਤ ਪੈ ਰਹੀ ਹੈ ਤੇ ਉੱਥੇ ਜਾ ਕੇ ਆਈਏ। ਕਾਂਡਾ ਸਾਹਿਬ, ਮੇਰੀ ਰਿਕੁਐਸਟ ਹੈ ਤੁਹਾਨੂੰ ਕਿ 2-4 ਗੱਲਾਂ ਮੈਂ ਤੁਹਾਡੇ ਤੋਂ ਸ਼ੇਅਰ ਕਰਨੀ ਹੈ, ਜਿਹੜੀ ਸਾਡੇ ਸਾਰੇ ਕਿਸਾਨਾਂ ਦੀ ਡਿਮਾਂਡ ਹੈ। ਇੱਕ ਤਾਂ ਜਿਹੜਾ ਸਾਨੂੰ ਇਹ ਥਰਮਾਮੀਟਰ ਦੱਸ ਕੇ ਜਾਇਓ ਵੀ ਜਿਹੜਾ ਦਿਨੇ ਪਾਣੀ ਨਹੀਂ ਵਧਾਉਂਦਾ ਹੜ੍ਹ ਦਾ ਤੇ ਰਾਤ ਨੂੰ ਪਾਣੀ ਵਧਾਉਂਦਾ ਹੈ, ਗੱਲ ਇੱਕ। ਦੂਜੀ ਗੱਲ ਇਹ ਹੈ ਵੀ ਇੱਧਰ ਅਸੀਂ ਡੁੱਬੀ ਜਾਂਦੇ ਹਾਂ, ਉੱਧਰ ਸਾਨੂੰ ਸੋਕੇ ਨਾਲ ਮਾਰੀ ਜਾਂਦੇ ਹੋ। ਇਹ ਕੀ ਸਿਸਟਮ ਹੈ? ਨਹਿਰਾਂ ਬੰਦ ਹੈ। ਜਿੱਦਣ ਅਸੀਂ ਇੱਥੇ ਕਿਸਾਨਾਂ ਨੇ ਆ ਸਾਰੇ ਕਿਸਾਨ ਬੈਠੇ ਹੈ, ਸਾਰਿਆਂ ਨੇ ਇਕੱਠੇ ਹੋ ਕੇ ਅਲਟੀਮੇਟਮ ਦਿੱਤਾ ਹੈ, ਉਦੋਂ ਬਾਅਦ ਨਹਿਰਾਂ ਕਿਵੇਂ ਚੱਲ ਪਈਆਂ, ਉਹ ਰੰਗੋਈ ਨਾਲੇ ਨੂੰ ਉਦੋਂ ਬਾਅਦ ਮੇਨਟੇਨ ਕਿਵੇਂ ਕਰ ਲਿਆ, ਅੱਜ ਉਹ ਨਹਿਰਾਂ ਰੈਗੂਲਰ ਕਿਵੇਂ ਚੱਲ ਰਹੀਆਂ। ਜਦੋਂ ਉਦੋਂ ਪਹਿਲਾਂ ਅਸੀਂ ਐਸੀ ਸਾਹਿਬ ਨਾਲ ਗੱਲ ਕਰੀ, ਉਹ ਕਹਿਣ ਲੱਗੇ ਜੀ ਥੋੜ੍ਹਾ ਚਿਰ ਚਲਾਵਾਂਗੇ, ਥੋੜ੍ਹਾ ਚਿਰ ਬੰਦ ਕਰਾਂਗੇ, ਪੈਰਲਰ ਨਹੀਂ ਚਲਾ ਸਕਦੇ ਅਸੀਂ ਰੈਗੂਲਰ। ਅੱਜ ਉਹ ਨਹਿਰਾਂ ਰੈਗੂਲਰ ਚੱਲੀ ਜਾਂਦੀਆਂ। ਇਹ ਸਾਨੂੰ ਜਿਹੜਾ ਮਾਰੋ ਨਾ, ਅਸੀਂ ਵੀ ਇੱਥੋਂ ਦੇ ਵਸਨੀਕ ਹੈ, ਉਹ ਦੁਖਦੇ ਸੁਖਦੇ ਅਸੀਂ ਕੰਮ ਆਉਣਾ, ਅਸੀਂ ਤੁਹਾਡੇ ਭਰਾ ਹੈ। ਇਹ ਨਾ ਕਹੋ ਵੀ ਇਹਨਾਂ ਦਾ ਬਟਨ ਰਾਤ ਨੂੰ ਮਰੋੜ ਦਿਆ ਕਰੋ, ਇਹ ਸੁੱਤੇ ਰਹਿੰਦੇ ਹੈ। ਸੁੱਤੇ ਨਹੀਂ, ਅਸੀਂ 12 ਦਿਨ ਹੋ ਗਏ ਦਿਨ ਰਾਤ ਸਾਡਾ ਪਹਿਰਾ ਪੂਰਾ ਹੈ। ਅਸੀਂ ਇਹਨੂੰ ਜਿਹੜਾ ਇਲਾਕੇ ਦੀ ਜਿਹੜੀ ਸਹਾਇਤਾ ਦੇ ਨਾਲ, ਸਾਡੇ ਪਿੰਡਾਂ ਦੇ ਜਿਹੜੇ ਸક્ષਮ ਲੋਕ ਨੇ, ਜਿਨ੍ਹਾਂ ਕੋਲੇ ਕੁਦਰਤ ਦੀ ਦਿੱਤੀ ਹੋਈ, ਪ੍ਰਮਾਤਮਾ ਦੀ ਦਿੱਤੀ ਹੋਈ ਬੜੀ ਵੱਡੀ ਤਾਕਤ ਹੈ, ਸਾਡਾ ਵੱਡਾ ਏਕਾ ਹੈ, ਸਾਡੇ ਏਕੇ 'ਚ ਵੱਡੀ ਤਾਕਤ ਹੈ। ਸਲਾਮ ਕਰਦਾ ਮੈਂ ਇਸ ਏਰੀਏ ਦੇ ਸਾਰੇ ਕਿਸਾਨ ਵੀਰਾਂ ਨੂੰ, ਜਿਨ੍ਹਾਂ ਨੇ ਇੰਨੀ ਜੱਦੋ-ਜਹਿਦ ਕਰਕੇ ਇੱਕ ਨਵਾਂ ਬੰਨ੍ਹ ਬੰਨਣਾ ਬੜਾ ਵੱਡੀ ਗੱਲ ਹੈ। ਨਾਲੀ ਦਾ ਪੁਰਾਣਾ ਬੰਨ੍ਹ ਕਾਂਡਾ ਸਾਹਿਬ ਕ੍ਰੋਸ ਕਰ ਗਿਆ ਪਾਣੀ, ਸ਼ਾਇਦ ਤੁਹਾਡੇ ਉਹ ਹੋਣਾ ਨਹੀਂ ਗਾ ਨੋਟਿਸ 'ਚ। ਪਿੱਛੇ ਜਿਹੜਾ ਪੁਰਾਣਾ ਬੰਨ੍ਹ ਹੈ ਨਾ, ਉਹਦੇ ਤੋਂ 2 ਫੁੱਟ ਉੱਤੇ ਲੈਵਲ 'ਚ ਪਾਣੀ ਚੱਲ ਰਿਹਾ। ਉਹ ਅਸੀਂ ਖੁਦ ਬੰਨ੍ਹਿਆ ਹੈ ਟਰੈਕਟਰਾਂ ਨਾਲ, ਟਰਾਲੀਆਂ ਨਾਲ, ਗੱਟਿਆਂ ਨਾਲ, ਦਿਨ ਰਾਤ। ਉਹ ਲੋਕਾਂ ਦੀ ਦੇਣ ਹੈ, ਇਹ ਤਾਂ ਪ੍ਰਮਾਤਮਾ ਦੀ ਮਿਹਰ ਹੋਈ ਖੜੀ ਹੈ। ਤੇ ਨਹੀਂ ਤਾਂ ਪਿੱਛੋਂ ਤਾਂ ਕੋਈ ਸਾਨੂੰ ਕੋਈ ਉਮੀਦ ਨਹੀਂ ਸੀ, ਜਿਹੜੇ ਹਿਸਾਬ ਨਾਲ ਪਾਣੀ ਇਹ ਚੱਲੀ ਜਾਂਦਾ ਸੀ। ਤੇ ਅਸੀਂ ਵੀ ਇੱਥੋਂ ਦੇ ਵਸਨੀਕ ਹੈ, ਸਾਡੇ ਨਾਲ ਕੋਈ ਇਹੋ ਜਿਹਾ ਨਾ ਕਰੋ। ਤੇ ਦੂਜੀ ਜਿਹੜੀ ਸਾਡੀ ਮੰਗ ਹੈ, ਪੂਰੇ ਇਲਾਕੇ ਦੀ ਇਹ ਮੰਗ ਹੈ, ਜੇ ਤੁਸੀਂ ਕਰ ਸਕਦੇ ਹੋ ਵੀ ਕਰ ਦਿਓ ਪੂਰੀ, ਨਹੀਂ ਤਾਂ ਅਸੀਂ ਇਦੋਂ ਬਾਅਦ ਪੱਤਰਕਾਰ ਸਾਥੀ ਥੋੜ੍ਹਾ ਜਿਹਾ ਇੱਧਰ ਧਿਆਨ ਦੇਣ। ਇਦੋਂ ਬਾਅਦ ਅਸੀਂ ਦੋਨੇ ਇਲਾਕੇ ਇੱਕ ਵੱਡੇ ਪੱਧਰ ਦੇ ਉੱਤੇ ਇਕੱਠੇ ਹੋਵਾਂਗੇ, ਪਿੰਡ ਪਿੰਡ ਜਾ ਕੇ ਪੂਰੇ ਸਰਪੰਚ ਅਸੀਂ ਰੈਜੂਲੇਸ਼ਨ ਪਾ ਕੇ ਇੱਕ ਅਸੀਂ ਆਪਦੀ ਕਮੇਟੀ ਬਣਾਵਾਂਗੇ, ਘੱਗਰ ਕਮੇਟੀ, ਉਹਦਾ ਨਾਂ ਰੱਖਾਂਗੇ ਜਾਂ ਕੋਈ ਹੋਰ ਨਾਂ ਰੱਖਾਂਗੇ। ਉਹ ਕਮੇਟੀ ਬਣਾ ਕੇ ਅਸੀਂ ਪੂਰਾ ਸਾਰੇ ਕੰਮਾਂ ਨੂੰ ਇਗਨੋਰ ਕਰਕੇ, ਪਾਸੇ ਕਰਕੇ ਇਸ ਘੱਗਰ ਨਦੀ ਦੇ ਉੱਤੇ ਅਸੀਂ ਕੰਮ ਕਰਾਂਗੇ। ਔਰ ਜਿਹੜੀ ਵੀ ਸਰਕਾਰ ਹੋਈ ਉਹਨੂੰ ਮਜਬੂਰ ਕਰਾਂਗੇ ਵੀ ਇਹ ਕੰਮ ਕਰਕੇ ਦੇ। ਠੀਕ ਹੈ ਜੀ? ਜਿਹੜਾ ਇਹ ਕੰਮ ਕਰੂਗਾ ਉਹ ਸਾਡਾ ਯਾਰ ਹੈ, ਦੂਜਾ ਸਾਡਾ ਕੁਝ ਨਹੀਂ ਲੱਗਦਾ। ਇਹ ਸਾਨੂੰ ਵਰਦਾਨ ਹੈ। ਅਗਰ ਇਹ ਕੰਮ ਹੋ ਜਾਂਦਾ ਤਾਂ ਸਾਡੇ ਵਾਸਤੇ ਉਹ ਦੇਵਤਾ ਹੈ। ਅਸੀਂ ਉਹਦੇ ਥਾਂ ਥਾਂ ਤੇ ਬੋਰਡ ਲਾ ਦਿਆਂਗੇ, ਗੇਟ ਹੀ ਬਣਾ ਦਿਆਂਗੇ ਅਸੀਂ ਪਿੰਡਾਂ 'ਚ। ਸਾਡੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਬਚ ਜੂਗੀ। ਤੇ ਨਹੀਂ ਤਾਂ ਜਿਸ ਹਿਸਾਬ ਨਾਲ ਪਿੱਛੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ, ਜੇ ਕਿਤੇ ਪਿੱਛੇ ਉਹਨਾਂ ਨੇ ਇਸ ਨਦੀ ਨੂੰ ਬੰਨ੍ਹਤਾ ਚੰਗੀ ਤਰ੍ਹਾਂ ਤੇ ਪਾਣੀ ਅਸੀਂ ਕਿਸੇ ਕੀਮਤ 'ਚ ਵੀ ਨਹੀਂ ਕੰਟਰੋਲ ਕਰ ਸਕਦੇ। ਪਹਿਲੇ ਹੱਲੇ ਅਸੀਂ ਡੁੱਬਾਂਗੇ। ਔਰ ਅਸੀਂ ਆਪਣੀ ਪੀੜ੍ਹੀ ਨੂੰ ਬਚਾਉਣਾ ਹੈ। ਇਹ ਸਾਡੇ, ਨਹੀਂ ਤਾਂ ਸਾਡੀਆਂ ਪੀੜ੍ਹੀਆਂ ਜਿਹੜੀਆਂ, ਉਹਨਾਂ ਨੂੰ ਜਵਾਬ ਨਹੀਂ ਸਾਨੂੰ ਉਹਨਾਂ ਦੇ ਅੱਗੇ ਹੋਣਾ ਵੀ ਤੁਸੀਂ ਇੰਨਾ ਚਿਰ ਕਰਦੇ ਕੀ ਰਹੇ ਹੋ, ਕਿੰਨਾਂ ਦੇ ਝੰਡੇ ਡੰਡੇ ਚੱਕ ਕੇ ਤੁਰੇ ਫਿਰੇ ਹੋ। ਇਸ ਕਰਕੇ ਮੇਰੀ ਬੇਨਤੀ ਹੈ ਵੀ ਇਸ ਘੱਗਰ ਨਦੀ ਦਾ ਕੰਮ ਜਿਹੜਾ ਕਰਵਾਓ ਤੁਸੀਂ ਸੱਤਾ ਦੇ ਵਿੱਚੋਂ, ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਗੀ। ਤੇ ਇਹਨੂੰ ਕਰਵਾਓ, ਨਹੀਂ ਤਾਂ ਉਸ ਤੋਂ ਬਾਅਦ ਅਸੀਂ ਆਪਦੀ ਕਮੇਟੀ ਬਣਾ ਕੇ ਅਸੀਂ ਆਪਣੀ ਆਵਾਜ਼ ਉਠਾਵਾਂਗੇ। ਉਹ ਜਿੱਥੋਂ ਤੱਕ ਸਾਨੂੰ ਅੰਦੋਲਨ ਕਰਨਾ ਪਿਆ, ਚਾਹੇ ਸਾਨੂੰ ਰੋੜਾ ਰੋਕਣੀਆਂ ਪੈਣ, ਚਾਹੇ ਸਾਨੂੰ ਦੇਣਾ ਪਵੇ, ਕਿਉਂਕਿ ਸਾਡਾ ਹੋ ਗਿਆ 13 ਮਹੀਨਿਆਂ ਦਾ। 13 ਮਹੀਨੇ ਤਾਂ ਅਸੀਂ ਕੱਢ ਲਾਂਗੇ, ਹੁਣ 2 ਮਹੀਨੇ ਪਲੱਸ ਵੀ ਕਰ ਲਾਂਗੇ। ਅਸੀਂ 15 ਮਹੀਨੇ ਵੀ ਅਸੀਂ ਬਹਿ ਸਕਦੇ ਹਾਂ ਆਪਦੇ ਹੱਕਾਂ ਵਾਸਤੇ। ਇਸ ਕਰਕੇ ਇੱਕ ਤਾਂ ਸਰ ਮੈਂ ਪਲੀਜ਼ ਇਹ ਰਿਕੁਐਸਟ ਕਰਦਾ ਕਿ ਜਿਹੜੇ ਦੁਖੀ ਦਿਲ ਹੈ ਨਾ ਅੰਦਰੋਂ ਬੋਲਦੇ ਆ, ਮੈਂ ਪਹਿਲਾਂ ਵੀ ਸਾਡਾ ਵਕਤਾ ਬੋਲ ਰਿਹਾ ਸੀ ਤੇ ਤੁਸੀਂ ਉਧਰ ਗੱਲਾਂ ਲੱਗ ਗਏ, ਫਿਰ ਉਹ ਅਸੀਂ ਇਹ ਸਮਝਦੇ ਹਾਂ ਵੀ ਸਾਡੀ ਗੱਲ ਨੂੰ ਤੁਸੀਂ ਇਧਰੋਂ ਪਾ ਕੇ ਇਧਰੋਂ ਕੱਢ ਕੇ ਤੇ ਹਾਂਜੀ ਨਾ ਆ ਵੇਖੋ ਜੀ, ਮਿਹਰਬਾਨੀ ਨਹੀਂ ਮੈਂ ਰੱਖ ਦਿੰਦਾ, ਤੁਸੀਂ ਕਰ ਲਓ ਗੱਲ। ਨਹੀਂ ਮੈਂ ਹਾਂਜੀ, ਤੁਸੀਂ ਕੋਈ ਨਹੀਂ ਪੁੱਛ ਲਿਓ, ਸੰਗਤ ਤੋਂ ਬਾਅਦ ਚ ਪੁੱਛ ਲਿਓ ਜੀ, ਖੁੱਲਾ ਟਾਈਮ ਹੈ ਜੀ, ਕਰੋ ਗੱਲ ਤੁਸੀਂ। ਆਪਾਂ ਬੈਠੇ
ਵਾਰਤਾਲਾਪ ਕਰਨ ਵਾਸਤੇ ਬੈਠੇ ਆਪਾਂ। ਤੁਸੀਂ ਆਏ ਹੋ ਦੁੱਖ ਦਰਦ ਕਰਕੇ ਸਾਡਾ, ਉਹ ਤਾਂ ਹੀ ਆਏ ਹੋ ਨਾ, ਉਹ ਅਸੀਂ ਦੁੱਖ ਦਰਦ ਤੁਹਾਨੂੰ ਸੁਣਾਵਾਂਗੇ। ਤੁਹਾਡਾ ਜੀ ਕਰੇ ਤੁਹਾਨੂੰ ਉਹਦੇ ਤੇ ਅਮਲ ਕਰ ਲਿਓ, ਜੀ ਕਰੇ ਤਾਂ ਨਾ ਕਰਿਓ ਜੀ। ਅਸੀਂ ਤਾਂ ਫਰਿਆਦ ਰੱਖਣੀ ਹਰੇਕ ਦੇ ਅੱਗੇ ਜਿਹੜਾ ਇੱਥੇ ਆਊਗਾ। ਅੱਜ ਅਸੀਂ ਸਾਡੇ ਉੱਤੇ ਪੂਰੀ ਵਿਪਤਾ, ਇਦੋਂ ਵੱਡੀ ਵਿਪਤਾ ਨਹੀਂ ਆ ਸਕਦੀ ਸਾਡੇ ਤੇ। ਇਸ ਵਿਪਤਾ ਦਾ ਜਿਵੇਂ ਅਸੀਂ ਸਾਹਮਣਾ ਕਰ ਰਹੇ ਹਾਂ ਸਾਨੂੰ ਪਤਾ ਹੈ। ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੋਰ ਕੋਈ ਵਕਤਾ ਜੇ ਕੋਈ ਗੱਲ ਕਹਿਣੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਕਿਹੜੇ ਕਿਸਾਨ ਨੇਤਾ ਨੇ ਔਰ ਸਾਰੇ ਵੀਰਾਂ ਨੇ ਇਹ ਗੱਲ ਰੱਖੀ ਹੈ ਕਿ ਇਹਦੀ ਮਤਲਬ ਖੁਦਾਈ ਔਰ ਦੋਨਾਂ ਪਾਸੋਂ ਪੱਕੀ ਹੋ ਜਾਏ ਤੇ ਕਾਫੀ ਮਸਲਾ ਹੱਲ ਹੋ ਸਕਦਾ ਹੈ। ਤੇ ਮੈਂ ਇਹ ਗੱਲ ਚਾਹੇ ਮੈਨੂੰ ਸਪੈਸ਼ਲ ਕਾਂਡਾ ਜੀ ਬੈਠੇ ਨੇ, ਚਲੋ ਇਹ ਆਪਦੇ ਹਿਸਾਬ ਨਾਲ ਕਿ ਉਹਨਾਂ ਕੋਲੋਂ ਸੀਐਮ ਸਾਹਿਬ ਨਾਲ ਗੱਲ ਹੁੰਦੀ ਰਹਿੰਦੀ ਹੈ, ਤਕਰੀਬਨ ਜਾਂਦੀ ਰਹਿੰਦੇ ਨੇ, ਲੇਕਿਨ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਯ ਮੁੱਖ ਮੰਤਰੀ ਉੱਤੇ, ਵੀ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਉਹ ਗੱਲ ਟਾਲਦੇ ਨਹੀਂ। ਤੇ ਮੈਂ ਜਿੱਥੇ ਵੀ ਜਿੰਨੇ ਵੀ ਮਤਲਬ ਇਹ ਹਲਕੇ ਦੇ ਕੰਮ ਲੈ ਕੇ ਗਏ ਨਾ, ਅਜੇ ਤੱਕ ਉਹਨਾਂ ਨੇ ਮੇਰੇ ਵਾਸਤੇ ਮੂੰਹ ਨਹੀਂ ਮੋੜਿਆ, ਮੈਨੂੰ ਇਹ ਵਿਸ਼ਵਾਸ ਹੈ। ਤੇ ਮੈਂ ਇਹ ਗੱਲ, ਇਹ ਵਰਕਸ਼ ਥੱਲੇ ਖੜਾ ਮੈਂ ਝੂਠ ਨਹੀਂ ਬੋਲਦਾ, ਇਹ ਗੱਲ ਮੈਂ ਬੜੇ ਠੋਕ ਕੇ ਬੜੇ ਵਿਸਤਾਰ ਨਾਲ, ਚਾਹੇ ਮੈਨੂੰ ਤੁਹਾਡੇ ਵਰਗੇ ਦੋ ਬੰਦੇ ਸਿਆਣੇ ਨਾਲ ਲਿਜਾਣੇ ਪੈਣ, ਮੈਂ ਮੁੱਖ ਮੰਤਰੀ ਦੇ ਗੱਲ ਰੱਖ ਕੇ ਬਣਵਾਉਣ ਦਾ ਕੰਮ ਕਰਾਂਗਾ। ਤੇ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ, ਤੁਸੀਂ ਮੈਨੂੰ ਸਾਰੇ ਵੀਰ ਜਾਣਦੇ ਹੋ, ਮੇਰਾ ਹੋਰ ਕੋਈ ਨਹੀਂ ਵੀ ਜਿੰਨੀ ਇੱਕ ਸੇਵਾ ਹੋ ਸਕਦੀ ਹੈ ਉਨੀ ਇੱਕ ਆਪਾਂ ਕਰਨੇ ਹੈ। ਤੇ ਮੈਂ ਹੁਣ ਜ਼ਿਆਦਾ ਕਰਾਂ ਵੀ ਮੇਰੇ ਹਿੱਸੇ ਤੇ ਕੋਈ ਗ੍ਰਾਂਟ ਆਂਦੀ ਹੈ, ਉਹ ਤੇ ਹੈ ਨਹੀਂ। ਉਹ ਤੇ ਹੁਣ ਕਿਹੜਾ ਵਿਧਾਇਕ ਬਣਦਾ ਹੈ, ਜਾਂ ਤੇ ਉਹਨੂੰ ਗ੍ਰਾਂਟ ਆਂਦੀ ਆਪਦੀ ਗ੍ਰਾਂਟ 'ਚ ਲਾਵੇ, ਜਾਂ ਹੁਣ ਕਾਂਡਾ ਜੀ ਬੈਠੇ ਨੇ ਵੀ ਇਹਨਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਵੀ ਮੇਰੇ ਨਾਲ ਚੱਲੋ। 1 1 2 11 ਹੁੰਦੇ ਨੇ, ਮੈਂ ਪੂਰਾ ਜ਼ੋਰ ਮਾਰਾਂਗਾ ਮੇਰੇ ਹਲਕੇ ਵਾਸਤੇ, ਇਹਨੂੰ ਮੈਂ ਕਸਰ ਨਹੀਂ ਛੋੜ ਰਿਹਾ, ਤੁਹਾਨੂੰ ਮੈਂ ਵਚਨ ਕਰਨਾ। ਚਾਹੇ ਮੇਰੇ ਨਾਲ ਕੋਈ ਮਰਜ਼ੀ ਦੋ ਵੀਰ ਮੇਰੇ ਨਾਲ ਚੱਲ ਪੈਣ, ਮੈਂ ਪੂਰਾ ਜ਼ੋਰ ਮਾਰਾਂਗਾ, ਸੰਘਰਸ਼ ਕਰਾਂਗਾ। ਹੁਣ ਅੱਗੋਂ ਮੈਂ ਇਹ ਵਚਨ ਤੇ ਮੈਂ ਨਹੀਂ ਕਰ ਸਕਦਾ। ਵੀਰ ਤੇ ਤੁਸੀਂ ਆਖੋਗੇ 500 ਲੈ ਚੱਲਾਂਗੇ, ਮੈਨੂੰ ਦੋ ਹੀ ਬਥੇਰੇ ਨੇ। ਗੱਡੀਆਂ ਤੇ ਜਾਵਾਂਗੇ, ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਨਾ, ਮੇਰੀ ਗੱਲ ਤਾਂ ਸੁਣੋ, ਮੇਰੇ ਨਾਲ ਸਿਰਫ ਦੋ ਹੀ ਚੱਲ ਪੈਣ, ਚਾਹੇ ਇੱਕ ਚੱਲ ਪਏ। ਮੈਂ ਜ਼ਿਆਦਾ ਕੋਈ ਤੁਹਾਨੂੰ ਚਾਹਨਾ ਹੋਵੇ ਵੀ ਅਮੀਰ ਚੰਦ ਨੇ ਕਿੰਨਾ ਕੁ ਸੰਘਰਸ਼ ਕਰਿਆ, ਕਿੰਨੀ ਕੁ ਪਾਰ ਪਈ ਹੈ, ਬਸ ਮੈਂ ਜਾਂਦਾ ਨਾ ਕਹਿੰਦਾ ਹੋਇਆ ਮੈਂ ਕਾਂਡਾ ਜੀ ਨੂੰ ਕਹਾਂਗਾ ਵੀ ਇਹ ਕਿਹੜਾ ਮਸਲਾ ਹੈ, ਛੋਟਾ ਨਹੀਂ ਹੈ। ਵੀ ਮਤਲਬ ਇਸ ਗੱਲ ਨੂੰ ਪੂਰਾ ਦੇ ਪੂਰਾ ਅਗਰ ਹੱਲ ਹੋ ਜਾਏ ਨਾ, ਤੇ ਮੈਂ ਦਾਅਵੇ ਨਾਲ ਕਹਿੰਦਾ ਇਹ ਸਾਰੀ ਕਿਹੜੀ ਬੈਲਟ ਹੈ ਨਿਹਾਲ ਹੋ ਜਾਏਗੀ। ਤੇ ਮੈਂ ਗੋਬਿੰਦ ਕਾਂਡਾ ਜੀ ਨੂੰ ਕਹਾਂਗਾ ਉਹ ਆਪਣੀ ਗੱਲ ਰੱਖਣ। ਇੱਕ ਮੈਂ ਰਿਕਵੈਸਟ ਕਰਦਾ ਸੀ, ਹਾਂਜੀ ਇਸ ਵਾਰਤਾਲਾਪ ਹੀ ਮਾਈਕ ਤੇ ਬੰਦ ਕਰ ਲਈਏ ਆਪਾਂ। ਇਹ ਸਮੱਸਿਆ ਦਾ ਪਹਿਲਾਂ ਨਹੀਂ ਤੁਹਾਨੂੰ ਪਤਾ ਲੱਗਿਆ ਵੀ ਨਹੀਂ ਇੰਜ ਹੈ ਮੇਰੀ ਗੱਲ, ਪਹਿਲੇ ਪਤਾ ਜ਼ਰੂਰ ਲੱਗਦਾ ਰਿਹਾ ਇਹ ਆਪ ਦਾ ਹੀ ਮਸਲਾ ਹੈ, ਕਿਸੇ ਹੋਰ ਦਾ ਤਾਂ ਹੈ ਨਹੀਂ, ਉਹੀ ਇਹ ਦੇਖੋ ਆਪ ਦਾ ਹੀ ਹੈ। ਲੇਕਿਨ ਜਿਹੜੇ ਹਿਸਾਬ ਨਾਲ ਪਤਾ ਕੀ ਹੈ, ਜਦੋਂ ਸਿਰ ਦੇ ਪੈਂਦੀ ਹੈ ਨਾ ਚਾਹਣਾ ਉਸ ਟਾਈਮ ਜ਼ਿਆਦਾ ਹੁੰਦਾ। ਤੇ ਹੁਣ ਸਿਰ ਦੇ ਪਈ ਹੈ ਵੀ ਅੱਜ ਸਾਰੇ ਬੈਠੇ ਨੇ, ਡੋਲਿਆਂ ਤੇ ਬੈਠੇ ਨੇ, ਖਾਲਿਆਂ ਤੇ ਬੈਠੇ ਨੇ, ਨਾਲੀ ਤੇ, ਉਹ ਹੁਣ ਮਤਲਬ ਫਿਰ ਹੁਣ ਇਹਨੂੰ ਥੋੜਾ ਵਿਸਤਾਰ ਨਾਲ ਉਹ ਆਪਣੇ 88 ਚ ਵੀ ਆਈ ਹੈ ਨਾਲੀ ਤੋਂ। ਪਰ ਠੀਕ ਹੈ, ਸੰਘਰਸ਼ ਨਹੀਂ ਹੋਇਆ 88 ਚ ਪਈ ਹੈ। ਨਹੀਂ ਗੱਲ ਕਰਨ ਦਿਓ। ਇੱਕ ਮਿੰਟ ਕਾਂਡਾ ਜੀ, ਤੁਹਾਡੇ ਨਾਲ ਇੱਕ ਰੋਸ ਹੈ, ਤੁਸੀਂ ਪਿਛਲਾ ਇਲੈਕਸ਼ਨ ਬਾਈ ਇਲੈਕਸ਼ਨ ਤੁਸੀਂ ਲੜਿਆ ਇੱਥੇ। ਹੁਣ ਘੱਗਰ ਦੇ ਉੱਤੇ ਇਸ ਪਾਸੇ ਐਲਾਹਾਬਾਦ ਹਲਕੇ ਦਾ ਜਿਹੜਾ ਉਹ ਲੈ ਕੇ ਪ੍ਰਤਾਪ ਸਿੰਘ ਢਾਣੀ ਤੋਂ ਵਡਾਣੀਆਂ ਦੇਰ ਤੱਕ ਉਹ ਐਲਾਹਾਬਾਦ ਹਲਕੇ ਦਾ, ਸਾਡੀ ਕਿਸੇ ਪ੍ਰਸ਼ਾਸਨ ਨੇ ਉਧਰਲੇ ਨਾਲ ਉਧਰ ਦੇ ਆਏ ਰਣਜੀਤ ਸਿੰਘ ਜੀ ਦੱਸ ਕੇ ਗਏ ਨੇ ਵੀ ਅਸੀਂ 50 ਡੈਂਪਰ ਲਾਇਆ ਮਿੱਟੀ ਦਾ ਸਰਕਾਰ ਵੱਲੋਂ, ਆ ਕੀਤਾ। ਸਾਡਾ ਇੱਥੇ ਕਿਸੇ ਨੇ ਹਾਲ ਹੀ ਨਹੀਂ ਪੁੱਛਿਆ ਆ, ਅਸੀਂ ਆਪਣੇ ਲੈਵਲ ਦੇ ਉੱਤੇ ਜੋ ਵੀ ਮਤਲਬ। सर्वप्रथम गुरु चरणों में नमन करता हूँ। वाहिगुरु जी दा खालसा, वाहिगुरु जी दी फतेह। सारा नू वीरां नू सत श्री अकाल जी। बहुत बड़ी आपदा आई हुई है और इतनी बड़ी आपदा कभी नहीं आई, ना इतना कभी पानी आया, ना इतनी लंबाई में इतने दिनों तक रहा। अभी जैसे आपने बताया कि 88 में भी बाढ़ आई, 93 में भी बाढ़ आई, 2011 में भी बाढ़ आई, 11 के बाद 10 में 11 में आई, जब भाई गोपाल कांडा जी गृह मंत्री थे, मुझे याद अच्छी तरीके से। उसके बाद 12 साल के बाद पानी आया है। 12 साल जमींदार भी निश्चिंत था, सरकार भी निश्चिंत थी। अगर आप भी, क्योंकि इलेक्शन होते रहते हैं,
नेता भी बदलते रहते हैं, एमएलए भी बदलते रहते हैं, लोग आते रहते हैं, जाते रहते हैं। पीछे मुझे आपकी सेवा का मौका मिला है, मुझे टिकट देके आपके पास भेजा, आशीर्वाद देके बहुत बड़ा आशीर्वाद दिया है। इलाहाबाद हल्के ने मुझे बहुत बड़ा आशीर्वाद दिया है, मैं आपका एहसान नहीं भूल सकता। उसके लिए भी आपका आभार प्रकट करता हूँ, धन्यवाद करता हूँ। मैं सिरसा के अंदर भी जो पानी यहाँ आया हुआ है, उससे भी बड़ी एक विपदा सिरसा में आई हुई थी। उसके 2 बांध तैयार करे हमने 8 दिन दिन रात बैठ के, कि सिरसा में वो सिरसा शहर में पानी आ सकता था। उसके तुरंत बाद मैं कल, मेरा प्रोग्राम था आने के बाद, कल बाजेका में एक पानी टूट गया। मैं आज सवेरे ही, मैंने रात को बात करी मेहता जी से कि हम सवेरे वहाँ चलेंगे, और आज गुरुओं की कृपा से पानी थोड़ा डाउन है, कल शाम तक डाउन आ जाएगा। रही बात अब आगे की, जो आपने मुझे कहा है नाली की खुदाई का काम, कि भगवत मान जी ने कहा है कि हम काम करेंगे, उन्होंने अनाउंस किया है। पर मैं आपको विश्वास दिलाता हूँ हमारे मुख्यमंत्री जी के पास से, कि उससे पहले हम आप अपनी खुदाई का काम शुरू करवा देंगे। चाहे हम काम सरकार से करवाएं, चाहे काम, क्योंकि सरकार ने पहले कहा हुआ है कि आप घग्गर से अगर मिट्टी निकालें तो 500 रुपये ट्राली देनी है। उस 500 रुपये के लिए हम आपकी छूट करवाएंगे कि जमींदार जितनी मर्जी मिट्टी निकाल के ले जाए या सरकार निकाले। इसका काम उन्होंने तो अनाउंस किया है। मैं, मेहता जी और हम पूरी कोशिश करेंगे। हमारे मुख्यमंत्री जी इसके लिए बहुत आगे हैं, हर काम में आगे हैं। ये काम उनसे भी पहले जल्दी स्टार्ट हो जाएगा। हमें भी पता है कि इसके कारण बहुत बड़ा नुकसान होता है, और आपकी फसल नहीं जाएगी तो दुकानदार भी बेकार है। फसल पहले है। और कल मुख्यमंत्री जी आए थे, उन्होंने अनाउंस करके गए थे, मुझे नहीं पता कि आपको सूचना मिली नहीं मिली। आप सरपंच साहब हैं, आप भी सरपंच साहब हैं, आप अपना बिल बनाएं। आपने जितनी मिट्टी डाली है, जितनी जेवीसी चलाई है, जितना डीजल डाला है, मेरी जिम्मेवारी है, सरकार नहीं देगी, मैं दूंगा आपको। आप जितनी बड़ी मर्जी मिट्टी डालें, आप ग्रामीण आदमियों से कस्सी चलवाएं, ग्रामीण आदमियों को लगाएं। सीएम साहब ने खुल के अनाउंस किया हुआ है, खुल को पावर दी हुई है हर एक सरपंच को, कि जहाँ जहाँ भी विपदा आई है वो अपना बांध ऊंचा करने के लिए मिट्टी डाले, कट्टे लगाए, जेवीसी लगाए, डीजल लाए। उसका तुरंत प्रभाव से बिल बना के आप, यहाँ का सेक्रेटरी कौन है, पंचायत सेक्रेटरी, लिख भी, सेक्रेटरी साहब नहीं है, मुझे आपने बताया नहीं, मैं बलदेव सिंह को लेके आता, जो भी है सेक्रेटरी को, मैं उसको कहूँगा, मैं अभी उससे बात करूँगा कि आप अपना बिल बना के उसको तुरंत प्रभाव से जमा कराएं। आपके पास पैसे आएंगे। अगर आपके पैसे नहीं आए, मैं दूंगा, यहाँ पे जितना मर्जी काम कराएं, आपको कोई दिक्कत नहीं है, क्योंकि आपने मुझे आशीर्वाद दिया है। मैं लेट जरूर पहुँचा हूँ, उसके लिए क्षमा चाहता हूँ, लेकिन कोई तकलीफ़ नहीं आने देंगे, कोई तकलीफ़ नहीं आएगी। और मुख्यमंत्री जी से बात रख के इसकी खुदाई का काम उन्होंने तो अनाउंस किया है, हम आपको करके दिखाएंगे। इसकी खुदाई का काम पहले शुरू होगा। रही बात, मैं इसके ऊपर, मैंने आपसे कहने से पहले ही मैंने मेहता जी से बात कर ली है सरपंच साहब, कि हम आपको इसके ऊपर सड़क भी बना के देंगे। ये सड़क खैरेका से लेके ओट्टू तक आई है, हम ओट्टू से लेके तलवाड़ा तक भी ये सड़क लेके जाएंगे। इसके ऊपर से बांध बना के सड़क बनेगी, पक्की सड़क बनवाएंगे, पक्का काम करेंगे। क्योंकि 12 साल के बाद पानी आया है, 12 साल तक जमींदार भी भूल गया तो सरकार भी भूल गई। और बाढ़, इतना गिराएगा पानी कभी नहीं आया। और अच्छी बात है, वैसे तो चलो आपके लिए ज़्यादा अच्छी बात है, क्योंकि ये विपदा तो निकल जाएगी। अभी भाई ने कहा कि पानी का जितना हमें चाहिए, जितनी गहराई में हम चले गए, आज हमारा इलाहाबाद रानिया ब्लैक आउट है, तो इसी कारण है, ये पानी का कारण है। पानी से ही काम आएगा तो बढ़िया बात है। पर लेकिन इतना लंबा काम, इतना ज़्यादा पानी बहुत सालों के बाद आया है। और इसके अलावा भी पानी आया अलग से, घग्गर के अलावा भी पानी आया है, डैम का भी पानी आया है। लेकिन सरकार हर तरीके से तैयार है, सरकार ने खूब पैसे दिए हैं। कल सीएम साहब के साथ हमारी मीटिंग थी, और सीएम साहब ने कल 40 आदमियों की इस घटना में मृत्यु हुई है, उन 40 आदमियों को 4-4 लाख रुपए का मुआवजा का कंपनसेशन आज डल जाएगा उनके खाते में। सरपंचों के खाते में सरकार ने खुल के पैसे, यहाँ खुल के पैसे आए हैं डीसी साहब के पास। आपने बात नहीं करी, आपने, और कभी भी आपको मैं एक बात बताऊँ, आपने मुझे आशीर्वाद दिया है, ये मेरा हल्का है, मेरे को सरकार ने आपके पास भेजा हुआ है आपका नुमाइंदा बना के। आप, मैं 12 बजे से 4 बजे तक बाबा तारा कुटिया में आपके नीचे हूँ।
जब भी सिरसा आप आओ, आपको काम है ना है, आप मेरे पास चाय पीने आ जाओ, चाय पी के आओ, अपने दुख सुख मेरे साथ बांटो, गांव के काम बताओ, ये नाली के काम बताओ, हम करेंगे आपके साथ तन मन धन से आपके साथ। मैं कोई राजनीति करने नहीं आया, ना कांडा परिवार ने कभी राजनीति करी। हमारे गुरुओं ने हमें जो शिक्षा दी है वो सेवा की शिक्षा दी है, और हम सेवा के लिए तन मन धन से तैयार हैं। हमने कभी राजनीतिक ना तो भाषा बोल ली, ना हमने कभी राजनीतिक भाषण दिया है। हम आपकी सेवा के लिए राजनीति करते हैं, ना कि कोई राजनीति के लिए। हमने सिर्फ राजनीति के मुआयने बदलने के लिए राजनीति करी है। आपने देखा होगा कि भाई गोपाल कांडा जी जब से आए हैं 2009 से, जो लोग राजनीति करते थे, मैं तो सीधी बात करता हूँ, मुझे वो नहीं है कोई, लोग चंदा मांगते थे, माला पहनते थे, धमकाते थे, वो भाई गोपाल कांडा ने बंद कराया 2009 के बाद। हमने राजनीति के मुआयने बंद करने के लिए, बदलने के लिए हम राजनीति कर रहे हैं, ना कोई राजनीति के लिए हमने कोई, हमारे पास गुरुओं का आशीर्वाद है, मुझे कोई राजनीति करने की जरूरत है क्या? सिर्फ आपके लिए हम राजनीति करते हैं कि हम सिरसा जिला के अंदर वो राजनीति करें कि सिरसा जिला ऊंचा पहुंचे। और माननीय मुख्यमंत्री जी का भाई गोपाल कांडा जी पे बहुत बड़ा आशीर्वाद है कि जैसे अभी मेहता जी ने बताया कि मैं मुख्यमंत्री जी के पास जाऊंगा तो कोई बात इनकी नहीं टालेंगे, तो इनके साथ 1 और 1 11 होते हैं। भाई गोपाल कांडा जी जाएंगे, उनकी बात भी वो नहीं टालते, पूरी करते हैं, उनकी बात, समस्या सुनते हैं, बात सुनते हैं। ये समस्या बहुत बड़ी समस्या है, मैं भी जानता हूँ सिरसा जिला के लिए, और ये बड़ी जल्दी शीघ्र हल कर दी जाएगी, कोई दिक्कत नहीं आएगी। और इसके बाद भी आपको कभी भी कोई काम हो, आप मेरे से तुरंत प्रभाव से मिलें। और आप अभी इसके ऊपर जहाँ भी मिट्टी डालनी है, आपने बताया कि नया बांध हमने 2 फुट ऊंचा बनाया, इसके कारण हम बचे हैं, उसको 2 की बजाय आप 4 बनाओ, JVC मंगाओ, मिट्टी डालो, ट्रालियाँ डालो, डीजल मंगाओ, उसका तुरंत बिल बना के आपका जाएगा। ना जाए आप मेरे पास आ जाना, मैं आऊँगा आपके पास, आप मुझे एक फ़ोन कर देना, उसके आधा घंटा बाद मैं आपके बीच में मिलूँगा, क्योंकि हमने सिर्फ सेवा के लिए आए हैं, आपकी सेवा करेंगे। हाँ जी, आप बताइए जी। जी जी ਜਿਹਦੇ ਨਾਲ ਮਿੱਟੀ ਨਿਕਲੇ ਤੋਂ ਟਰੈਕਟਰ ਟਰਾਲੀਆਂ ਨੂੰ ਖੇਤ ਵਿੱਚ ਨਾਲੀ ਦੀ ਪੋਜੀਸ਼ਨ ਸਾਡੇ ਪਤਾ ਕੀ ਇਹ 10-15 ਫੁੱਟ ਤੇ ਜਾ ਕੇ ਥੱਲੇ ਚਿੱਟੀ ਮਿੱਟੀ ਆ ਜਾਂਦੀ ਹੈ, 25-30 ਫੁੱਟ ਤੱਕ ਥੱਲੇ ਜਾ ਕੇ ਰੇਤਾ ਲੱਗਦੀ। ਚਿੱਟੀ ਮਿੱਟੀ ਨੂੰ ਤੇ ਕੋਈ ਤੁਸੀਂ ਆਖੋ ਵੀ 500 ਰੁਪਏ ਟਰਾਲੀ ਅਸੀਂ ਦੇਾਂਗੇ ਤੇ ਚਿੱਟੀ ਮਿੱਟੀ ਆਪਣੇ ਖੇਤ ਤੇ ਡਰਵਾ ਲਓ, ਤੇ ਕੋਈ ਡਰਵਾਏਗਾ ਉਹ ਬੰਨਾ ਤੇ डाल नहीं, वो वही सरकार ने नहीं, वो पहले देखो मैं बताता हूँ, सरकार के पास हर एक तरीके का आदमी जाता है। उन्होंने जो सूचना दी, समाचार दिया कि हम 500 रुपये ट्राली लगा दें तो मिट्टी निकल जाएगी, लेकिन उसकी मिट्टी नहीं निकली। वो हमारे मुख्यमंत्री जी ने कल ही बात करके गए हैं, कल विचार करके गए हैं, और उन्होंने कहा कि 30 दिन के अंदर अंदर इस हल को दूर करना है। हमने इस हल को दूर करना है 30 दिन के लिए। कल फतेहाबाद के डीसी भी थे, सिरसा के डीसी भी थे, उनको विशेष कह के गए हैं कि आप इसकी ड्रोन से कराएं कि जहाँ जहाँ पानी आया है, जहाँ जहाँ नुकसान हुआ है, अब की बार ये नुकसान नहीं होना चाहिए, पानी अपनी धार में चलना चाहिए, उसका इलाज करना है हमें, वो 30 दिन के अंदर अंदर कवर किया जाएगा। ये हमारा, मैं भी कल उस मीटिंग में था शाम को, CM साहब बिल्कुल हिदायत दे के गए हैं, और ये दूर होगा, और आगे भी कोई बात आएगी तो हम आपकी दूर करेंगे। जी सरपंच साहब बताओ। ਕਨਫਰਮ ਕਰ ਲਿਓ ਜੀ, ਕਿਉਂਕਿ CM ਸਾਹਿਬ ਨੇ ਤਾਂ ਸਰਪੰਚਾਂ ਨੂੰ 1,64,000 ਤੇ ਰੱਖਿਆ ਹੋਇਆ ਹੈ। नहीं जी, नहीं जी, नहीं, आप बिल बना के देना, आप बिल बना के देना, आपका बिल पास होएगा, मेरी जिम्मेवारी है, हमारे तो लख भी पड़े इस बात के। मेरी जिम्मेवारी है, मेरी जिम्मेवारी आपके। नहीं, ये देखो, नहीं, ऐसे है, मैं उस काम के लिए नहीं कह रहा, मैं जो विपता आई है उसके लिए, कह रहा हूँ। विपता के लिए CM साहब ने अनाउंस किया है, नहीं विपता, हाँ, विपता ने सरपंचों को पूरी पावर दी है आपको पैसा खर्च करने की। आप, हम कन्फर्म है, मेरे को कन्फर्म है, मैं कल भी मीटिंग में था, उससे पहले भी मीटिंग में था। आपने अगर, हाँ, नहीं, उन्होंने ये कहा है, देखो, हाँ, ये स्पेशल फ्लड के लिए पावर दी गई है आपको, इसके अंदर कोई पावर नहीं है। हाँ, ਖਿਆਲ ਕਰੋ ਜੇ ਕਾਂਡਾ ਜੀ ਨੇ ਸਰਪੰਚ ਵੀ ਚੁਣੇ ਹੋਏ ਨੁਮਾਇੰਦੇ ਨੇ ਪਿੰਡਾਂ ਦੇ, इसीलिए तो इनको पावर दी गई है जी। ਪਾਵਰ ਨਹੀਂ, ਇਹਨਾਂ ਨੂੰ ਸਾਰੀ ਪਾਵਰ ਦਵਾਓ, सारी पावर ਇਹ ਗੱਲ ਜੇ ਤੁਹਾਡੀ ਮੁੱਖ ਮੰਤਰੀ ਮੰਨਦਾ हाँ, ਅਸੀਂ ਤਾਂ ਤੁਹਾਡੇ ਕੋਲ नहीं बिल्कुल ਸਰਪੰਚ ਇਕੱਠੇ ਹੋ गए ਅਸੀਂ ਤੁਹਾਡੇ ਕੋਲ ਹੱਥ ਵੀ ਜੋੜੇ ਵੀ ਤੁਸੀਂ ਸਾਡੀ वो एक बार इस विपता से निकले, ये विपता के लिए आपको पावर दी गई है, इसमें कितना ही पैसा लगे कोई दिक्कत नहीं है, वो भी काम हल होएगा, ये भी हल होएगा, कोई बात नहीं।